ਕਾਨੂੰਨ ਵਿਵਸਥਾ ਤੇ ਮਾਨ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ। ਉੱਚ ਅਧਿਕਾਰੀਆਂ ਤੇ ਡਿੱਗੀ ਗਾਜ। ਏਜੀਟੀਐਫ ਦੇ ਗੁਰਮੀਤ ਚੌਹਾਨ ਨੂੰ ਹਟਾਇਆ। ਮਾਨਸਾ ਦੇ ਐਸਐਸਪੀ ਤੁਰਾ ਦਾ ਤਬਾਦਲਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਬਦਲੇ। ਨਵੇਂ ਡੀਜੀਪੀ ਜੇਲ੍ਹ ਤੇ ਐਸਟੀਐਫ ਮੁਖੀ ਦੀ ਤੈਨਾਤੀ। ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਦੇ ਕਮਿਸ਼ਨਰ ਬਦਲੇ ਗਏ। 8 ਜ਼ਿਲ੍ਹਿਆਂ ਨੂੰ ਮਿਲੇ ਨਵੇਂ ਐਸਐਸਪੀ। ਗੋਲਡੀ ਬਰਾੜ ਤੇ ਇੱਕ ਹੋਰ ਐਫਆਈਆਰ। ਡੇਰਾ ਪ੍ਰੇਮੀ ਕਤਲकांड ਪੁਲਿਸ ਨੇ ਗੋਲਡੀ ਬਰਾੜ ਨੂੰ ਬਣਾਇਆ ਗਿਆ ਮੁਲਜ਼ਮ। ਐਫਆਈਆਰ ਦੇ ਵਿੱਚ ਗੋਲਡੀ ਬਰਾੜ ਸਣੇ 4 ਲੋਕਾਂ ਨੂੰ ਕੀਤਾ ਨਾਮਜ਼ਦ। ਪੰਜਾਬ 'ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਯੂਪੀ ਦੇ ਬਾਗਪਤ ਦੇ ਵਿੱਚ ਵਧਾਈ ਡੇਰੇ ਦੀ ਸੁਰੱਖਿਆ। ਬਾਗਪਤ ਡੇਰੇ ਦੇ ਵਿੱਚ ਰਹਿ ਰਿਹਾ ਰਾਮ ਰਹੀਮ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਸਰਕਾਰ ਤੇ ਵੱਡਾ ਵਾਰ। ਕਿਹਾ ਪੰਜਾਬ ਗੈਂਗਸਟਰ ਚਲਾ ਰਹੀ ਨੇ ਸਰਕਾਰ, ਅਫਸਰਾਂ ਦਾ ਨਹੀਂ ਹੈ ਕੋਈ ਕੰਟਰੋਲ। ਇੰਜ ਲੱਗਦਾ ਹੈ 4 ਸਾਲ ਦੇ ਵਿੱਚ ਅਫਗਾਨਿਸਤਾਨ ਬਣ ਜਾਵੇਗਾ ਪੰਜਾਬ। ਹਿਮਾਚਲ ਦੇ ਸਿਆਸੀ ਯੋਧਿਆਂ ਦੀ ਈਵੀਐਮ ਦੇ ਵਿੱਚ ਬੰਦ ਹੋਈ ਕਿਸਮਤ। 5 ਵਜੇ ਤੱਕ 66% ਹੋਈ VOTING। 8 ਦਸੰਬਰ ਨੂੰ ਆਉਣਗੇ ਨਤੀਜੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਮੇਰਾ ਨਾਮ ਹੈ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਪਰਾਲੀ ਦੇ ਮੁੱਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। ਪਰਾਲੀ ਸੜਨ ਦੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਈ ਗਈ ਹੈ। ਪੰਜਾਬ ਦੇ ਵਿੱਚ ਪਰਾਲੀ ਸੜਨ ਦੀ ਕੇਜਰੀਵਾਲ ਨੇ ਜ਼ਿੰਮੇਵਾਰੀ ਲਈ ਹੈ। ਪੰਜਾਬ 'ਚ ਪਰਾਲੀ ਸਾੜੇ ਜਾਣ ਦੇ ਲਈ ਸਾਡੀ ਸਰਕਾਰ ਜ਼ਿੰਮੇਵਾਰ ਹੈ। ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਸੜੀ ਹੈ, ਮੈਂ ਜ਼ਿੰਮੇਵਾਰੀ ਲੈਂਦਾ ਹਾਂ। ਪਰਾਲੀ ਸਾੜਨ ਦੇ ਵਿੱਚ ਕਿਸਾਨਾਂ ਦਾ ਕੋਈ ਵੀ ਕਸੂਰ ਨਹੀਂ ਹੈ। ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਪਰਾਲੀ ਜੋ ਸਾੜੀ ਜਾ ਰਹੀ ਹੈ ਉਹ ਕਿਸਾਨਾਂ ਦਾ ਇਸ ਦੇ ਵਿੱਚ ਕੋਈ ਵੀ ਕਸੂਰ ਨਹੀਂ। ਅਗਲੇ ਸਾਲ ਪਰਾਲੀ ਘੱਟ ਸੜੇਗੀ। ਕੇਜਰੀਵਾਲ ਨੇ ਵੀ ਦਾਅਵਾ ਕੀਤਾ ਕਿ ਅਗਲੇ ਸਾਲ ਪਰਾਲੀ ਘੱਟ ਸੜੇਗੀ। ਪਰਾਲੀ ਤੇ ਰੋਕਥਾਮ ਦੇ ਲਈ 1 ਸਾਲ ਦਾ ਹੋਰ ਸਮਾਂ ਮੰਗਿਆ ਗਿਆ। ਸਾਡੀ ਸਰਕਾਰ ਨੂੰ ਹਾਲੇ ਥੋੜਾ ਹੀ ਸਮਾਂ ਹੋਇਆ ਹੈ, ਇਸ ਕਰਕੇ 1 ਸਾਲ ਦਾ ਹੋਰ ਸਮਾਂ ਦਿੱਤਾ ਜਾਵੇ। ਤੇ ਨਾਲ ਹੀ ਇਹ ਵੀ ਦਾਅਵਾ ਕਰ ਰਹੇ ਨੇ ਕਿ ਅਗਲੇ ਸਾਲ ਘੱਟ ਪਰਾਲੀ ਸੜੇਗੀ, ਕਿਉਂਕਿ ਪਰਾਲੀ ਦੇ ਮੁੱਦੇ ਤੇ ਲਗਾਤਾਰ ਜਿਵੇਂ ਕਿ ਸਿਆਸਤ ਵੀ ਜਿਹੜੀ ਗਰਮਾਈ ਹੋਈ ਹੈ। ਲਗਾਤਾਰ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪ੍ਰਦੂਸ਼ਣ ਹੈ ਉਸ ਦੇ ਲਈ ਪੰਜਾਬ ਦੇ ਵਿੱਚ ਸਾੜੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਤੇ ਇਸ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਰਾਲੀ ਸੜਨ ਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਪਰਾਲੀ ਸਾੜੇ ਜਾਣ ਦੇ ਲਈ ਸਾਡੀ ਸਰਕਾਰ ਜ਼ਿੰਮੇਵਾਰ ਹੈ। ਪਰਾਲੀ ਸਾੜਨ ਦੇ ਵਿੱਚ ਕਿਸਾਨਾਂ ਦਾ ਕੋਈ ਵੀ ਕਸੂਰ ਨਹੀਂ। ਹਾਲਾਂਕਿ ਉਹਨਾਂ ਨੇ ਕਿਸਾਨਾਂ ਦਾ ਵੀ ਬਚਾਅ ਕੀਤਾ ਹੈ ਤੇ ਨਾਲ ਹੀ ਦਾਅਵਾ ਵੀ ਕੀਤਾ ਕਿ ਅਗਲੇ ਸਾਲ ਘੱਟ ਪਰਾਲੀ ਸੜੇਗੀ। ਦਰਅਸਲ ਐਸਟੀ ਲੀਡਰਸ਼ਿਪ ਸਮਿਟ ਦੇ ਵਿੱਚ ਪਹੁੰਚੇ ਹੋਏ ਸਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਇਸੇ ਸਮਿਟ ਦੇ ਵਿੱਚ ਗੱਲਬਾਤ ਕਰਦੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਪਰਾਲੀ ਦੇ ਮੁੱਦੇ ਤੇ। ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਜਿਹੜੀ ਸੜੀ ਹੈ ਉਸ ਦੇ ਲਈ ਸਾਡੀ ਸਰਕਾਰ ਜ਼ਿੰਮੇਵਾਰ ਹੈ। ਪਰਾਲੀ ਸੜੀ ਹੈ ਤਾਂ ਮੈਂ ਜ਼ਿੰਮੇਵਾਰੀ ਲੈਂਦਾ ਹਾਂ। ਪਰਾਲੀ ਸਾੜਨ ਦੇ ਵਿੱਚ ਕਿਸਾਨਾਂ ਦਾ ਕੋਈ ਵੀ ਕਸੂਰ ਨਹੀਂ ਹੈ। ਉਹਨਾਂ ਨੇ ਹਾਲਾਂਕਿ ਕਿਸਾਨਾਂ ਦਾ ਵੀ ਬਚਾਅ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਇਸ ਦੇ ਵਿੱਚ ਕੋਈ ਵੀ ਕਸੂਰ ਨਹੀਂ ਹੈ। ਤਾਂ ਨਾਲ ਇਹ ਵੀ ਦਾਅਵਾ ਕੀਤਾ ਉਹਨਾਂ ਨੇ ਕਿ ਅਗਲੇ ਸਾਲ ਘੱਟ ਪਰਾਲੀ ਸੜੇਗੀ। ਪਰਾਲੀ ਤੇ ਰੋਕਥਾਮ ਦੇ ਲਈ 1 ਸਾਲ ਦਾ ਹੋਰ ਸਮਾਂ ਵੀ ਉਹਨਾਂ ਦੇ ਵੱਲੋਂ ਜਨਤਾ ਤੋਂ ਮੰਗਿਆ ਗਿਆ ਕਿ 1 ਸਾਲ ਦਾ ਹੋਰ ਸਮਾਂ ਦਿੱਤਾ ਜਾਵੇ। ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਢੁਕਵੇਂ ਕਦਮ ਚੁੱਕੇ ਜਾਣਗੇ। मैं अपनी पार्टी और पंजाब की अपनी सरकार की तरफ से पंजाब में जो फार्म फायर्स हैं उनकी जिम्मेदारी लेता हूँ। हम जिम्मेदार हैं, हमारे किसान जिम्मेदार नहीं हैं। पंजाब के अंदर स्टबल बर्निंग हो रही है, काफ़ी हो रही है। स्टैटिस्टिक्स में जाने की ज़रूरत नहीं है। अगर मैं कहूँ पिछले साल के मुकाबले कम हो गई, उसके पे हो रही है और नहीं होनी चाहिए, दैट इज़ अ फैक्ट। उसकी वजह से धुआं आ रहा है, दैट इज़ अ फैक्ट। तो पंजाब के अंदर किसान कहीं भी किसी भी राज्य के अंदर किसान पराली जलाना नहीं चाहता। उसकी मजबूरी है क्योंकि सारी सरकारें जो है वो समाधान टेक्निकल सोल्यूशन निकालना पड़ेगा, समाधान देने में फेल हो गई हैं। तो मैं अपनी जिम्मेदारी लेता हूँ। मैं बस ये कहना चाहता हूँ, ये समस्या कई सालों की है और काफ़ी कॉम्प्लिकेटेड है। पिछले 10-12 साल से ये चल रहा है। उसके पहले साइकिल थोड़ा अलग था। पहले नहीं होती थी फार्म फायर, 2011-2010 के पहले अगर आप देखें, लेकिन पिछले 10-12 साल से है। तो ये कुछ महीनों में सॉल्व होने वाली प्रॉब्लम नहीं थी। हमारी सरकार अभी मार्च में बनी, उसके बाद कई सारे लीगेसी प्रॉब्लम्स थे जिनको सॉर्ट आउट करने में हमें टाइम लगा। इस प्रॉब्लम की तरफ ध्यान देने के लिए हमें कम टाइम मिला। मैं 1 साल और मांग रहा हूँ। मेरी भगवंत मान साहब से भी बात हुई है वहाँ पे। मैं 1 साल और मांग रहा हूँ और मुझे लगता है कि अगले साल
काफ़ी कम होनी चाहिए। हम कोशिश करेंगे इसको वाइप आउट करने की, पर काफ़ी कम होनी चाहिए। वी वर्किंग ऑन वेरियस सॉल्यूशंस। इस साल भी हमने पिछले 4-5 महीने में कुछ चीज़ें ट्राई की, वो उतनी सक्सेसफुल नहीं हुई। सो पहली चीज़ तो ये कि पंजाब में फार्म फायर्स हैं, हम उसकी जिम्मेदारी लेते हैं। वो धुआं दिल्ली भी आता है, दिल्ली में भी पोल्यूशन होता है। हमें थोड़ा सा टाइम और दे दो और हम इसके ऊपर काम करेंगे और हम अपनी ਸੋ ਪਰਾਲੀ ਸੜਨ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਐਸਟੀ ਲੀਡਰਸ਼ਿਪ ਸਮਿਟ ਦੇ ਵਿੱਚ ਇਹ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਰਾਲੀ ਪੰਜਾਬ ਦੇ ਵਿੱਚ ਸੜੀ ਹੈ ਤਾਂ ਸਾਡੀ ਸਰਕਾਰ ਜ਼ਿੰਮੇਵਾਰ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ 1 ਸਾਲ ਦਾ ਹੋਰ ਸਮਾਂ ਦਿੱਤਾ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾਂ ਘੱਟ ਸਮਾਂ ਮਿਲਿਆ, 1 ਸਾਲ ਦਾ ਹੋਰ ਸਮਾਂ ਦਿੱਤਾ ਜਾਵੇ। ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਖ-ਵੱਖ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਤੇ ਅਗਲੀ ਵਾਰ ਘੱਟ ਅਜਿਹੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਉਣਗੇ। ਤੇ ਨਾਲ ਇਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਹੈ, ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਹ ਜ਼ਿੰਮੇਵਾਰੀ ਵੀ ਲੈਂਦੇ ਨੇ ਕਿ ਜੇਕਰ ਪਰਾਲੀ ਸੜੀ ਹੈ ਤੇ ਪਰਾਲੀ ਸੜਨ ਦੇ ਕਾਰਨ ਦਿੱਲੀ ਦੇ ਵਿੱਚ ਵੀ ਪ੍ਰਦੂਸ਼ਣ ਫੈਲਿਆ। ਕਿਉਂਕਿ ਪਰਾਲੀ ਦਾ ਮੁੱਦਾ ਜਦੋਂ ਵੀ ਝੋਨੇ ਦਾ ਸੀਜ਼ਨ ਹੁੰਦਾ, ਜਦੋਂ ਵੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਤੇ ਇਸ ਨੂੰ ਲੈ ਕੇ ਸਿਆਸਤ ਵੀ ਖੂਬ ਗਰਮਾਉਂਦੀ ਹੈ। ਵੱਖ-ਵੱਖ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ। ਗੱਲ ਪੰਜਾਬ ਸਰਕਾਰ ਦੀ ਕੀਤੀ ਜਾਵੇ ਤਾਂ ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਕਿ ਸਰਕਾਰ ਇਸ ਦਾ ਹੱਲ ਕੱਢਣ ਦੇ ਵਿੱਚ ਫੇਲ ਸਾਬਤ ਹੋਈ ਹੈ। मैं अपनी पार्टी और पंजाब की अपनी सरकार की तरफ से पंजाब में जो फार्म फायर्स हैं उनकी जिम्मेदारी लेता हूँ। हम जिम्मेदार हैं, हमारे किसान जिम्मेदार नहीं हैं। पंजाब के अंदर स्टबल बर्निंग हो रही है, काफ़ी हो रही है। स्टैटिस्टिक्स में जाने की ज़रूरत नहीं है। अगर मैं कहूँ पिछले साल के मुकाबले कम हो गई, उसके पे हो रही है और नहीं होनी चाहिए, दैट इज़ अ फैक्ट। उसकी वजह से धुआं आ रहा है, दैट इज़ अ फैक्ट। तो पंजाब के अंदर किसान, कहीं भी किसी भी राज्य के अंदर किसान पराली जलाना नहीं चाहता। उसकी मजबूरी है क्योंकि सारी सरकारें जो है वो समाधान, टेक्निकल सोल्यूशन निकालना पड़ेगा, समाधान देने में फेल हो गई हैं। तो मैं अपनी जिम्मेदारी लेता हूँ। मैं बस ये कहना चाहता हूँ, ये समस्या कई सालों की है और काफ़ी कॉम्प्लिकेटेड है। पिछले 10-12 साल से ये चल रहा है। उसके पहले साइकिल थोड़ा अलग था, पहले नहीं होती थी फार्म फायर, 2011-2010 के पहले अगर आप देखें, लेकिन पिछले 10-12 साल से है। तो ये कुछ महीनों में सॉल्व होने वाली प्रॉब्लम नहीं थी। हमारी सरकार अभी मार्च में बनी, उसके बाद कई सारे लीगेसी प्रॉब्लम्स थे जिनको सॉर्ट आउट करने में हमें टाइम लगा। इस प्रॉब्लम की तरफ ध्यान देने के लिए हमें कम टाइम मिला। मैं 1 साल और मांग रहा हूँ। मेरी भगवंत मान साहब से भी बात हुई है वहाँ पे, मैं 1 साल और मांग रहा हूँ और मुझे लगता है कि अगले साल काफ़ी कम होनी चाहिए। हम कोशिश करेंगे इसको वाइप आउट करने की, पर काफ़ी कम होनी चाहिए। वी वर्किंग ऑन वेरियस सॉल्यूशंस। इस साल भी हमने पिछले 4-5 महीने में कुछ चीज़ें ट्राई की, वो उतनी सक्सेसफुल नहीं हुई। सो पहली चीज़ तो ये कि पंजाब में फार्म फायर्स हैं, हम उसकी जिम्मेदारी लेते हैं। वो धुआं दिल्ली भी आता है, दिल्ली में भी पोल्यूशन होता है। हमें थोड़ा सा टाइम और दे दो और हम इसके ऊपर काम करेंगे और हम अपनी तो जिथे कि अरविंद केजरीवाल ने जिम्मेवारी ली है पराली सड़न की, उत्थे गल जमीनी पद्धर ते जमीनी हकीकत की की जाए तो इस साल के सीजन की, इस सीजन की गल की जाए तो हुण तक पंजाब दे विच 43,144 पराली सड़न के मामले सामने आ चुके हैं। अज की गल की जाए तो अज 2467 पराली सड़न के मामले दर्ज किए गए। कल 3,916 पराली सड़न के मामले सामने आए, क्योंकि पिछले साल के मुकाबले इस बार पराली सड़न के केसां दे विच इजाफा होया। हालांकि सरकार के वल्लों कहा जा रहा है कि मान सरकार के कोल समा घट सीगा, पूरा समा नहीं मिलिया, इस करके एक होर साल का समा दिता जाए तो 1 साल के सरकार के वल्लों इसनूं लैके वड्डे कदम चुके जाणगे तो अगली बार बहुत घट मामले सामने आउणगे। पर इस बार की गल की जाए तो इस सीजन के हुण तक 43,144 पराली सड़न के मामले सामने आ चुके हैं। इस दे विचाले अरविंद केजरीवाल के वल्लों जिम्मेवारी ਲਈ गई। उन्होंने कहना है कि साडी सरकार है, साडी सरकार की जिम्मेवारी भी बनती है।